ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੜੇ ਸਿੱਧੇ ਸਵਾਲ ਕਰਦਾ ਕਿ ਤੁਰੰਤ ਬਿਨਾਂ ਦੇਰੀ ਤੋਂ ਇਹਦਾ ਸਪਸ਼ਟੀਕਰਨ ਸਿੱਖ ਕੌਮ ਨੂੰ ਦਿਓ, ਕਿਉਂਕਿ ਉਸ ਤੋਂ ਪਹਿਲਾਂ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ ਕਾਂਡ ਵਾਪਰ ਚੁੱਕਿਆ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਦਬਾਅ ਹੇਠ ਨਵੇਂ ਰਮਾਲੇ ਲਿਆ ਕੇ ਅਗਨ ਭੇਟ ਹੋਏ ਔਰ ਚੁਣਿੰਦਾ ਪ੍ਰੈਸ ਨੂੰ ਬੁਲਾ ਕੇ ਇਹ ਦਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਬਿਲਕੁਲ ਸੁਰੱਖਿਅਤ ਨੇ। ਪਰ 19 ਮਈ 2016 ਦੀ ਰਾਤ ਨੂੰ ਉਹ ਸਾਰੇ ਸਰੂਪ ਗੱਡੀਆਂ ਦੇ ਵਿੱਚ ਸੁਭਾਏਮਾਨ ਕਰਕੇ ਗੋਇੰਦਵਾਲ ਸਾਹਿਬ ਲਿਆ ਕੇ ਅੱਧੀ ਰਾਤ ਨੂੰ ਉਹਨਾਂ ਦੇ ਸੰਸਕਾਰ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਇੱਕ ਅਜਿਹੀ ਖਬਰ ਛਪੀ ਹੈ ਤੇ ਜਿਹਨੂੰ ਪੜ੍ਹਨ ਦੇ ਨਾਲ ਹਰ ਸਿੱਖ ਦਾ ਮਨ ਜਿਹੜਾ ਹੈ ਬਹੁਤ ਜ਼ਿਆਦਾ ਦੁਖੀ ਵੀ ਹੋਇਆ ਔਰ ਬਹੁਤ ਜ਼ਿਆਦਾ ਹੈਰਾਨ ਵੀ ਹੋਇਆ। ਖਬਰ ਸੱਚੀ ਹੈ ਜਾਂ ਝੂਠੀ ਹੈ, ਇਹਦੇ ਨਿਰਣੇ ਲਈ ਮੈਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੜੇ ਸਿੱਧੇ ਸਵਾਲ ਕਰਦਾ ਕਿ ਤੁਰੰਤ ਬਿਨਾਂ ਦੇਰੀ ਤੋਂ ਇਹਦਾ ਸਪਸ਼ਟੀਕਰਨ ਸਿੱਖ ਕੌਮ ਨੂੰ ਦਿਓ। ਮੇਰੇ ਕੋਲ ਮੇਰੇ WhatsApp ਤੇ ਇੱਕ ਹਿਊਮਨ ਰਾਈਟ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਜਿਹਦੇ ਵਿੱਚ ਬੜਾ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੈ ਕਿ ਸਨ 2016 ਦੇ ਵਿੱਚ 18 ਤੇ 19 ਪੰਜਵੇਂ ਮਹੀਨੇ ਦੀ ਰਾਤ ਨੂੰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਉੱਥੇ ਗੁਰੂ ਘਰ ਦੇ ਵਿੱਚ ਅੱਗ ਲੱਗੀ ਔਰ ਉਸ ਲੱਗੀ ਅੱਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਸਰੂਪ ਨੇ ਉਹ ਅਗਨ ਭੇਟ ਹੋਏ। ਉਸ ਸ਼ਿਕਾਇਤ ਵਿੱਚ, ਉਸ ਚਿੱਠੀ ਵਿੱਚ ਇਹ ਲਿਖਿਆ ਹੈ ਕਿ 80 ਦੇ ਕਰੀਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਨੇ, ਜਿਨ੍ਹਾਂ ਦੇ ਵਿੱਚੋਂ ਕੁਛ ਅਗਨ ਭੇਟ ਹੋਏ ਤੇ ਕੁਛ ਜਦੋਂ ਫਾਇਰ ਬ੍ਰਿਗੇਡ ਦੀਆਂ ਆ ਕੇ ਉੱਥੇ ਵਿਛਾੜਾਂ ਵੱਜੀਆਂ ਉਹਦੇ ਨਾਲ ਸਿੱਲੇ ਹੋ ਗਏ। ਪਰ ਜਦੋਂ ਸਵੇਰ ਹੋਈ, ਸ਼੍ਰੋਮਣੀ ਕਮੇਟੀ ਦੇ ਉਸ ਵਕਤ ਦੇ ਤਤਕਾਲੀਨ ਪ੍ਰਧਾਨ ਅਵਤਾਰ ਸਿੰਘ ਮੱਕੜ, ਜਿਹਨੂੰ ਭਾਵੇਂ ਅੱਜ ਜਹਾਨ 'ਤੇ ਨਹੀਂ ਹੈ ਪਰ ਉਹਦੇ ਕੀਤੇ ਕਾਰਨਾਮਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ, ਝੁਠਲਾਇਆ ਨਹੀਂ ਜਾ ਸਕਦਾ, ਤੇ ਅੰਤਰੰਗ ਕਮੇਟੀ ਦੇ ਵਿੱਚ ਜਾਂ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਦੇ ਵਿੱਚ ਉਸ ਸ਼ਿਕਾਇਤ ਵਿੱਚ ਇਹ ਲਿਖਿਆ ਹੈ ਕਿ ਜਦੋਂ ਸਵੇਰ ਵਕਤ ਹੋਈ, ਸੇਵਾਦਾਰਾਂ ਨੇ ਦੱਸਿਆ, ਕਿਉਂਕਿ ਉਸ ਤੋਂ ਪਹਿਲਾਂ ਬੁਰਜ ਜਵਾਰ ਸਿੰਘ ਵਾਲਾ ਤੇ ਬਰਗਾੜੀ ਕਾਂਡ ਵਾਪਰ ਚੁੱਕਿਆ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਦਬਾਅ ਹੇਠ ਨਵੇਂ ਰਮਾਲੇ ਲਿਆ ਕੇ ਅਗਨ ਭੇਟ ਹੋਏ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਲੇ ਹੋਏ ਸਰੂਪਾਂ ਦੇ ਉੱਤੇ ਨਵੇਂ ਰਮਾਲੇ ਪਾ ਦਿੱਤੇ ਗਏ ਔਰ ਚੁਣਿੰਦਾ ਪ੍ਰੈਸ ਨੂੰ ਬੁਲਾ ਕੇ ਇਹ ਦਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਬਿਲਕੁਲ ਸੁਰੱਖਿਅਤ ਨੇ। ਪਰ 19 ਮਈ 2016 ਦੀ ਰਾਤ ਨੂੰ ਉਹ ਸਾਰੇ ਸਰੂਪ ਗੱਡੀਆਂ ਦੇ ਵਿੱਚ ਸੁਭਾਏਮਾਨ ਕਰਕੇ ਗੋਇੰਦਵਾਲ ਸਾਹਿਬ ਲਿਆ ਕੇ ਅੱਧੀ ਰਾਤ ਨੂੰ ਉਹਨਾਂ ਦੇ ਸੰਸਕਾਰ ਕੀਤੇ ਗਏ। ਜਿਹੜੇ ਅਗਨ ਭੇਟ ਸਰੂਪ ਹੋਏ ਉਹ ਵੀ, ਤੇ ਜਿਹੜੇ ਪਾਣੀ ਦੇ ਨਾਲ ਸਿੱਲੇ ਹੋਏ ਉਹ ਵੀ। ਉਸ ਤੋਂ ਬਾਅਦ ਰਾਖ ਜਿਹੜੀ ਸੀ ਉਹਨੂੰ ਜਲ ਪ੍ਰਵਾਹ ਕਰ ਦਿੱਤਾ। ਉਸ ਸ਼ਿਕਾਇਤ ਵਿੱਚ ਇਹ ਲਿਖਿਆ ਹੈ ਕਿ ਨਾ ਕੋਈ ਅਖੰਡ ਪਾਠ ਸਾਹਿਬ ਕਰਾਇਆ ਗਿਆ ਪਸ਼ਚਾਤਾਪ ਦਾ ਤੇ ਨਾ ਕੋਈ ਉਹਦੀ ਗੱਲ ਹੋਈ। ਪਰ ਹੁਣ ਇਹ ਮਾਮਲਾ ਜਿਹੜਾ ਹੈ ਇਹ ਸਾਹਮਣੇ ਆਇਆ। ਮੈਂ ਸਮਝਦਾ ਕਿ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਿਉਂਕਿ ਉਹ ਉਸ ਵਕਤ ਨਾ ਅੰਤਰੰਗ ਕਮੇਟੀ ਦੇ ਵਿੱਚ ਸੀ ਨਾ ਪ੍ਰਧਾਨਗੀ 'ਤੇ ਸੀ, ਪਰ ਕਿਉਂਕਿ ਅੱਜ ਦੀਆਂ ਇਹ ਖਬਰਾਂ ਉਹਨਾਂ ਦੀਆਂ ਪ੍ਰਧਾਨਗੀ ਕਾਲ ਦੇ ਵਿੱਚ ਲੱਗੀਆਂ ਨੇ, ਇਹ ਖਬਰ, ਇਹ ਸ਼ਿਕਾਇਤ ਜੇ ਝੂਠੀ ਹੈ ਤਾਂ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਬਕਾਇਦਾ ਤੌਰ 'ਤੇ ਸਿੱਖ ਪੰਥ ਨੂੰ ਤੱਥਾਂ ਦੇ ਸਹਿਤ ਦਿੱਤੇ। ਜੇ ਇਹ ਸੱਚੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ, ਬਤੌਰ ਸਿੱਖ, ਇਸ ਤੋਂ ਵੱਡਾ ਕਲੰਕ, ਇਸ ਤੋਂ ਵੱਡਾ ਨਮੋਸ਼ੀ ਤੇ ਇਸ ਤੋਂ ਵੱਡੀ ਸਾਡੇ ਲਈ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ। ਔਰ ਉਸ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਹੈ ਕਿ 267 ਸਰੂਪ ਅਜੇ ਵੀ
ਜਿਹੜੇ ਨੇ ਉਹ ਕਿਸੇ ਰਿਕਾਰਡ ਦੇ ਵਿੱਚ ਦਰਜ ਨਹੀਂ। ਔਰ ਸ਼ਿਕਾਇਤਕਰਤਾ ਨੇ ਬੜੀ ਦਲੀਲ ਨਾਲ ਇਹ ਗੱਲ, ਇਹਦੇ ਵਿੱਚ ਇੱਕ ਹੋਰ ਬੜੀ ਅਹਿਮ ਜਿਹੜੀ ਗੱਲ ਉਹਨੇ ਲਿਖੀ ਆ, ਤੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਲਈ ਗਲੇ ਦੀ ਹੱਡੀ ਹੈ, ਜਿਹਨੂੰ ਸਾਬਤ ਕਰਨਾ ਸ਼੍ਰੋਮਣੀ ਕਮੇਟੀ ਲਈ ਮੈਨੂੰ ਲੱਗਦਾ ਕਿ ਬੜੀ ਵੱਡੀ ਗੱਲ ਹੋਊਗੀ। ਕਿਉਂਕਿ ਆਪਾਂ ਨੂੰ ਪਤਾ ਹੈ ਕਿ CCTV ਫੁਟੇਜ ਜਿਹੜੇ ਨੇ ਉਹ ਹਰੇਕ ਗੁਰੂ ਘਰ ਦੇ ਵਿੱਚ ਲੱਗੇ ਹੋਏ ਨੇ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਨੇ, ਬਲਕਿ ਬੇਅਦਬੀ ਤੋਂ ਬਾਅਦ ਤਾਂ ਹਰ ਪਿੰਡ ਦੇ ਵਿੱਚ CCTV ਲੱਗੇ ਗਏ ਸੀ। ਪਰ ਉਸ ਵਕਤ ਦੀ ਜਿਹੜੀ CCTV ਫੁਟੇਜ ਹੈ ਉਹਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਜੇ ਉਹ ਹੈ ਤਾਂ ਉਹ ਦਿਖਾਈ ਜਾਵੇ, ਨਾ ਉਹਦੀ ਕੋਈ ਫੋਰੈਂਸਿਕ ਜਾਂਚ ਹੋਈ। ਤਾਂ ਉਸ ਆਰਗੇਨਾਈਜੇਸ਼ਨ ਨੇ ਇੱਕ ਚਿੱਠੀ ਲਿਖੀ ਹੈ ਪੰਜਾਬ ਦੇ ਮੁੱਖ ਸਕੱਤਰ ਨੂੰ, ਇੱਕ ਵਕੀਲ ਨੇ ਲਿਖੀ ਹੈ, ਇੱਕ ਸਿੱਖ ਵਕੀਲ ਨੇ ਲਿਖੀ ਹੈ। ਮੈਂ ਸਿੱਧੇ ਸਵਾਲ ਕਰਦਾ ਕਿ ਸ਼੍ਰੋਮਣੀ ਕਮੇਟੀ ਇਹਦਾ ਸਪਸ਼ਟੀਕਰਨ ਕਦੋਂ ਦੇਊਗੀ? ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਉਸ ਹਾਊਸ ਦੇ ਵਿੱਚ ਜਿਹੜੇ ਅਸੀਂ ਘੱਟੋ ਘੱਟ 8 ਤੋਂ 10 ਜਣੇ ਜਿਹੜੇ ਤੁਹਾਨੂੰ ਸਵਾਲ ਕਰਦੇ ਹਾਂ, ਮੈਂ ਉਸ ਹਾਊਸ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਤੁਰੰਤ ਇਸ ਖਬਰ ਦਾ ਸਪਸ਼ਟੀਕਰਨ ਚਾਹੁੰਦਾ। ਇਹ ਮੈਂ ਨਹੀਂ ਚਾਹੁੰਦਾ, ਇਹ ਪੂਰੀ ਸਿੱਖ ਕੌਮ ਚਾਹੁੰਦੀ ਹੈ। ਕਿਉਂਕਿ ਅੱਜ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਇਹ ਖਬਰ ਛਪੀ ਹੈ, ਇਹ ਨਾਮੀ ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਹੈ, ਤੇ ਇਸ ਖਬਰ ਨੇ ਅੱਜ ਇੱਕ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਪੈਦਾ ਕਰ ਦਿੱਤੇ। ਇਸ ਲਈ ਮੈਂ ਤੁਹਾਡੇ ਤੇ ਸ਼੍ਰੋਮਣੀ ਕਮੇਟੀ ਤੇ ਹਜੇ ਕੋਈ ਇਲਜ਼ਾਮ ਨਹੀਂ ਲਾ ਰਿਹਾ। ਸਿਰਫ ਮੈਂ ਉਹ ਜਿਹੜੀ ਸ਼ਿਕਾਇਤ ਹੈ ਜਿਹੜੀ ਅੱਜ ਸਾਹਮਣੇ ਆਈ ਹੈ, ਜਿਹੜੀ ਅਖਬਾਰਾਂ 'ਚ ਛਪ ਗਈ, ਜਿਹੜੀ ਅੱਜ ਇੰਟਰਨੈਟ ਤੇ ਘੁੰਮ ਰਹੀ ਹੈ, ਮੈਂ ਉਹਦਾ ਸਪਸ਼ਟੀਕਰਨ ਚਾਹਾਂਗਾ। ਤੇ ਜੇ ਇਹਦਾ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਜਾਂ ਇਹਨੂੰ ਝੂਠੀ ਸਾਬਤ ਨਹੀਂ ਕੀਤਾ ਜਾਂਦਾ ਤਾਂ ਆਟੋਮੈਟਿਕਲੀ ਇਹ ਖਬਰ ਜਿਹੜੀ ਹੈ ਇਹਨੂੰ ਸਿੱਖ ਪੰਥ ਸੱਚੀ ਜਿਹੜੀ ਹੈ ਮੰਨੂਗਾ, ਤੇ ਇਹ ਮਾਮਲਾ ਇੱਥੇ ਨਹੀਂ ਰੁਕੇਗਾ। ਇਹ ਮਾਮਲਾ ਹੋਰ ਵੀ ਅੱਗੇ ਸਿੱਖ ਪੰਥ ਦੀ ਡੋਮੇਨ ਵਿੱਚ ਆਏਗਾ। ਤਾਂ ਮੈਂ ਨੰਬਰ 1 ਇਸ ਖਬਰ ਦਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਸਪਸ਼ਟੀਕਰਨ ਦੇਵੇ, ਕਿਉਂਕਿ 80 ਸਰੂਪ ਥੋੜੇ ਨਹੀਂ ਹੁੰਦੇ। 80 ਸਰੂਪਾਂ ਦਾ ਉਸ ਸ਼ਿਕਾਇਤ ਵਿੱਚ ਇਹ ਲਿਖਿਆ ਕਿ ਉਹ ਸਿੱਲੇ ਹੋਏ ਤੇ ਅਗਨ ਭੇਟ ਹੋਏ, ਜਿਹੜੇ ਸ਼੍ਰੋਮਣੀ ਕਮੇਟੀ ਨੇ ਅੱਧੀ ਰਾਤ ਨੂੰ ਚੋਰੀ ਤੇ ਲਿਜਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸੰਸਕਾਰ ਕਰ ਦਿੱਤਾ। ਤੇ ਨੰਬਰ 2, ਉਸ ਸ਼ਿਕਾਇਤ ਵਿੱਚ ਅੱਜ ਦੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਮਾਮਲਾ ਇਹ ਆਇਆ ਕਿ 267 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕਿਸੇ ਰਿਕਾਰਡ ਦੇ ਵਿੱਚ ਜਿਹੜੇ ਨੇ ਉਹ ਨਹੀਂ ਪਾਏ ਜਾ ਰਹੇ। ਇਹ ਮਾਮਲਾ ਕੀ ਹੈ? ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਇਹ ਮੰਗ ਕਰਦਾ ਕਿ ਇਹਦੇ ਬਾਰੇ ਵੀ ਸਪਸ਼ਟੀਕਰਨ ਦੇਵੇ। ਤੇ ਨੰਬਰ 3, ਇੱਕ ਅਖਬਾਰ ਦੇ ਵਿੱਚ ਇਹ ਖਬਰ ਅੱਜ ਬੜੀ ਪ੍ਰਮੁੱਖਤਾ ਨਾਲ ਛਪੀ ਹੈ ਔਰ ਉਹ ਖਬਰ ਫੇਸਬੁੱਕ ਦੇ ਉੱਤੇ, ਇੰਟਰਨੈਟ ਦੇ ਉੱਤੇ ਮੇਰੇ ਕੋਲ ਵੀ ਇਹ ਮੌਜੂਦ ਆ। ਉਸ ਖਬਰ ਦੇ ਵਿੱਚ ਇਹ ਗੱਲ ਲਿਖੀ ਗਈ ਆ ਕਿ ਕਿਸੇ ਸ਼ਰਧਾਲੂ ਨੇ 8 ਲੱਖ ਦੀ ਦਾਲ ਜਿਹੜੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਦਾਨ ਕੀਤੀ, ਤੇ ਕਿਸੇ ਖਾਸ ਅਧਿਕਾਰੀ ਨੇ ਉਹਦੀਆਂ ਪਰਚੀਆਂ ਕੱਟ ਕੇ ਦੇ ਦਿੱਤੀਆਂ, ਪਰ 8 ਲੱਖ ਦੀ ਦਾਲ ਜਿਹੜੀ ਹੈ ਉਹ ਉਸ ਨੂੰ ਗਾਇਬ ਕਰ ਦਿੱਤਾ। ਸੋ ਇਸ ਲਈ ਮੇਰਾ ਖਿਆਲ ਕਿ ਐਜ ਏ ਸਿੱਖ ਅਸੀਂ ਗੱਲ ਕਰੀਏ ਇਸ ਗੱਲ ਦੀ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਗੈਰ ਉਹਨੇ ਇਹ ਹਿਮਾਕਤ ਕੀਤੀ, ਤੇ ਸਾਨੂੰ ਇਹ ਗੱਲ ਕਰਦਿਆਂ ਚੰਗਾ ਵੀ ਲੱਗਦਾ, ਪਰ ਸਾਡੀ ਕਿੱਡੀ ਅੱਜ ਅਸੀਂ ਕਿਹੋ ਜਿਹੀ ਨਮੋਸ਼ੀ ਦੇ ਵਿੱਚ ਸਾਨੂੰ ਇਹ ਗੱਲ ਕਰਨੀ ਪੈਂਦੀ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੀ ਸੱਚੇ ਪਾਤਸ਼ਾਹ ਦੀ ਸੇਵਾ ਸੰਭਾਲ ਕਰਨਾ ਪ੍ਰਮੁੱਖ ਕੰਮ ਹੈ। ਯਾਦ ਰੱਖਿਓ ਕਿ ਗੁਰੂ ਘਰਾਂ ਦੇ ਵਿੱਚ ਲੋਕੀ ਕੰਧਾਂ ਨੂੰ ਮੱਥੇ ਟੇਕਣ ਨਹੀਂ ਜਾਂਦੇ, ਉੱਥੇ ਜੇ ਮੱਥਾ ਟੇਕਦਾ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਟੇਕਦਾ ਹੈ। ਜੇ ਤੂੰ ਮੀਰ ਮਹੀਪਤ ਸਾਹਿਬ, ਇਸ ਕਰਕੇ ਉਹ ਪਾਤਸ਼ਾਹ ਜਿਹੜਾ ਦੁਨੀਆ ਦਾ ਕੁਛ ਵੀ ਕਿਸੇ ਨੂੰ ਵੀ ਕੁਛ ਦੇ ਸਕਦਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੇ ਅੱਜ ਇਹ ਸਵਾਲ ਸਾਡੇ ਸਾਹਮਣੇ ਅੱਜ ਅਖਬਾਰਾਂ ਦੇ ਵਿੱਚ, ਅੱਜ ਪਬਲਿਕ ਦੇ ਵਿੱਚ, ਅੱਜ ਸਰਕਾਰਾਂ ਨੂੰ ਇਹਦੀਆਂ ਸ਼ਿਕਾਇਤਾਂ ਜਾ ਰਹੀਆਂ, ਪਰ ਸ਼੍ਰੋਮਣੀ ਕਮੇਟੀ ਦਾ ਇੱਕ ਇੰਨਾ ਕੁ ਵਰਸ਼ਨ ਹੈ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ
ਬੰਦਿਆਂ ਨੇ, ਜ਼ਿੰਮੇਵਾਰਾਂ ਨੇ, ਜਿਹੜੇ ਉਸ ਵਕਤ ਵੀ ਅੰਤਰੰਗ ਕਮੇਟੀ ਦੇ ਵਿੱਚ ਬੈਠੇ ਨੇ ਤੇ ਅੱਜ ਵੀ ਬੈਠੇ ਨੇ, ਉਹ ਕਹਿੰਦੇ ਨੇ ਸ਼ਿਕਾਇਤਕਰਤਾ ਨੂੰ ਅਖਬਾਰ ਦੇ ਵਿੱਚ ਨਹੀਂ ਸੀ ਜਾਣਾ ਚਾਹੀਦਾ। ਇਹ ਸਪਸ਼ਟੀਕਰਨ ਹਰ ਇੱਕ ਬੰਦੇ ਦਾ ਇਹ ਰਾਈਟ ਹੈ, ਜੇ ਉਹਨੂੰ ਕੋਈ ਤਕਲੀਫ ਹੋਈ ਆ, ਉਹਨੂੰ ਨਿਆਂ ਨਹੀਂ ਮਿਲਿਆ, ਉਹ ਚਲਿਆ ਗਿਆ। ਪਰ ਅਸੀਂ ਤੁਹਾਤੋਂ ਇਹ ਮੰਗ ਕਰਦੇ ਹਾਂ ਕਿ ਜੋ ਕੁਝ ਉਹਨੇ ਅਖਬਾਰ 'ਚ ਕਿਹਾ ਉਹਨੂੰ ਤੱਥਾਂ ਦੇ ਸਹਿਤ ਦੱਸੋ ਵੀ ਇਹ ਝੂਠਾ, ਤੱਥਾਂ ਦੇ ਸਹਿਤ ਉਹਦਾ ਖੁਲਾਸਾ ਕਰੋ। ਉਸ ਸ਼ਿਕਾਇਤ ਵਿੱਚ ਤੁਹਾਡੇ ਮੌਜੂਦਾ ਘੱਟੋ ਘੱਟ 5 ਸਕੱਤਰਾਂ ਦੇ ਨਾਂ ਲਿਖੇ ਹੋਏ ਨੇ, ਜਿਹੜੇ ਹੁਣ ਵੱਡੀ ਵੱਡੀਆਂ ਜ਼ਿੰਮੇਵਾਰੀਆਂ ਤੇ ਬੈਠੇ ਨੇ, ਕਿ ਉਹ ਸਕੱਤਰ ਉਸ ਵਕਤ ਉੱਥੇ ਜਾ ਕੇ ਖੜੇ, ਉਹਨਾਂ ਨੇ ਸਾਰਾ ਮੌਕਾ ਦੇਖਿਆ। ਉਸ ਤੋਂ ਬਾਅਦ ਉਹਨਾਂ ਨੇ ਮੱਕੜ ਨੂੰ ਟੈਲੀਫੋਨ ਕੀਤਾ ਤੇ ਮੱਕੜ ਨੂੰ ਚੰਡੀਗੜ੍ਹੋਂ ਟੈਲੀਫੋਨ ਆਇਆ ਤੇ ਚੰਡੀਗੜ੍ਹ ਤੋਂ ਜਿਹੜਾ ਟੈਲੀਫੋਨ ਆਇਆ ਉਹਦੇ ਵਿੱਚ ਕਿਹਾ ਗਿਆ ਕਿ ਇਹ ਬੇਅਦਬੀ ਕਿਸੇ ਵੀ ਕੀਮਤ ਤੇ ਬਾਹਰ ਨਹੀਂ ਜਾਣੀ ਚਾਹੀਦੀ, ਕਿਉਂਕਿ 2017 ਦੀ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੈ ਉਹ ਸਾਹਮਣੇ ਆ ਰਹੀ ਹੈ। ਇਹ ਉਸ ਸ਼ਿਕਾਇਤ ਦੇ ਵਿੱਚ ਹੈ। ਤੇ ਜੇ ਕਿਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੂੰ ਚਾਹੀਦੀ ਹੈ, ਮੇਰੇ ਨਾਲ ਕੰਟੈਕਟ ਕਰੇ ਤੇ ਮੈਂ ਤੁਹਾਨੂੰ ਭੇਜ ਸਕਦਾ। ਤੋ ਇਸ ਲਈ ਜਿਹਨੇ ਸ਼ਿਕਾਇਤ ਕੀਤੀ ਹੈ ਉਹ ਅਖਬਾਰ 'ਚ ਜਾਵੇ, ਜਿਹਨੇ ਸ਼ਿਕਾਇਤ ਕੀਤੀ ਹੈ ਉਹ ਸਰਕਾਰ ਕੋਲ ਜਾਵੇ। ਮੇਰਾ ਇਹਦੇ ਨਾਲ ਵਾਸਤਾ ਨਹੀਂ। ਮੇਰਾ ਐਜ਼ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੇਰਾ ਇੱਕੋ ਮੰਗ ਹੈ ਕਿ ਤੁਸੀਂ ਇਹ ਸਪਸ਼ਟ ਕਰੋ ਕਿ ਜੋ ਕੁਛ ਇਹ ਛਪਿਆ, ਜੇ ਝੂਠਾ ਹੈ ਤਾਂ ਤੱਥਾਂ ਨਾਲ ਇਹਨੂੰ ਝੂਠਾ ਸਾਬਤ ਕਰੋ, ਤੇ ਜੇ ਸੱਚਾ ਨਿਕਲਿਆ ਤਾਂ ਫਿਰ ਉਹਦਾ ਜਵਾਬ ਕੌਮ ਤੁਹਾਤੋਂ ਆਪੇ ਲੈ ਲੇਗੀ। ਤੇ ਦੂਸਰਾ ਜਿਹੜਾ ਆ ਦਾਲ ਦਾ ਘਪਲਾ, ਕਿ 8 ਲੱਖ ਦੀ ਦਾਲ ਜਿਹੜੀ ਉੱਥੇ ਖੁਰਦ-ਬੁਰਦ ਹੋ ਗਈ, ਉਸ ਅਖਬਾਰ ਨੇ ਲਿਖਿਆ। ਜੇ ਖਬਰ ਝੂਠੀ ਲਾਈ ਹੈ ਤਾਂ ਵੀ ਉਹਨੂੰ ਸਾਬਤ ਕਰੋ ਕਿ ਖਬਰ ਝੂਠੀ ਹੈ, ਤੇ ਜੇ ਇਹ ਸੱਚੀ ਹੈ ਤਾਂ ਮੈਨੂੰ ਲੱਗਦਾ ਕਿ ਕਰੋਨਾ ਵਰਗੀ ਮਹਾਮਾਰੀ ਜਿਹਨੇ ਸਾਰੀ ਦੁਨੀਆ ਹਿਲਾ ਕੇ ਰੱਖਤੀ, ਜਿਸ ਕਰੋਨਾ ਮਹਾਮਾਰੀ ਦੇ ਵਿੱਚ ਤੁਸੀਂ ਖੁਦ ਅਪੀਲਾਂ ਸਿੱਖਾਂ ਨੂੰ ਕੀਤੀਆਂ, ਸਾਡੇ ਕੋਲ ਕਣਕ ਮੁੱਕ ਗਈ, ਤੁਹਾਡੇ ਘਪਲੇ ਕਦੇ ਜ਼ਮੀਨਾਂ ਦੇ, ਕਦੇ ਗੋਲਕਾਂ ਦੇ, ਕਦੇ ਕਾਸੇ ਦੇ, ਇਹ ਤਾਂ ਬਹੁਤ ਦੇਰ ਤੋਂ ਚੱਲਦੇ ਆ ਰਹੇ ਨੇ। ਹਰ ਸਿੱਖ ਇਸ ਗੱਲ ਨੂੰ ਜਾਣਦਾ ਕਿਵੇਂ ਕੀ ਹੁੰਦਾ। ਪਰ ਜੇ ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਜਦੋਂ ਐਡੇ ਵੱਡੇ ਸੰਕਟ ਦੇ ਵਿੱਚ ਸਾਰਾ ਸੰਸਾਰ ਫਸਿਆ ਹੋਇਆ ਸੀ ਤੇ ਉਸ ਵਕਤ ਵੀ ਐਡਾ ਵੱਡਾ ਘਪਲਾ ਹੁੰਦਾ, ਤਾਂ ਮੈਨੂੰ ਇਹ ਲੱਗਦਾ ਕਿ ਫਿਰ ਰੱਬ ਹੀ ਰਾਖਾ। ਫਿਰ ਤਾਂ ਮੈਂ ਸਿੱਖ ਕੌਮ ਨੂੰ ਅਪੀਲ ਕਰਦਾ, ਔਰ ਮੈਂ ਅਖੀਰ ਦੇ ਵਿੱਚ ਬਸ ਇਹੀ ਬੇਨਤੀ ਕਰਦਾ ਕਿ ਗੁਰੂ ਕੇ ਸਿੱਖੋ ਜਾਗਰੂਕ ਹੋਵੋ। ਅਸੀਂ ਜਵਾਬ ਮੰਗਣਾ ਇਸ ਸ਼੍ਰੋਮਣੀ ਕਮੇਟੀ ਤੋਂ ਕਿ ਇਹਨਾਂ ਛਪੀਆਂ ਹੋਈਆਂ ਖਬਰਾਂ ਦਾ ਸਾਨੂੰ ਦੱਸਿਆ ਜਾਵੇ ਕਿ ਜੋ ਕੁਛ ਉਸ ਸ਼ਿਕਾਇਤ ਦੇ ਵਿੱਚ, ਜੋ ਕੁਛ ਅਖਬਾਰਾਂ ਦੇ ਵਿੱਚ ਛਪਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪਾਂ ਦੇ ਨਾਲ ਇਹ ਕੁਝ ਹੋਇਆ। ਤੇ ਜੇ ਇਹ ਕੁਝ ਹੋਇਆ ਤਾਂ ਮੈਨੂੰ ਇਹ ਲੱਗਦਾ ਫਿਰ ਮਸੰਦ ਤੇ ਫਿਰ ਮਹੰਤ ਉਹ ਇਹਨਾਂ ਦੇ ਕੱਦ ਦੇ ਅੱਗੇ ਬਹੁਤ ਛੋਟੇ ਪੈ ਗਏ, ਬਹੁਤ ਛੋਟੇ ਰਹਿ ਗਏ ਜੇ ਇਹ ਗੱਲ ਸੱਚੀ ਹੈ। ਤੋ ਇਸ ਲਈ ਮੇਰੇ ਸਾਹਮਣੇ ਇਹ ਗੱਲ ਆਈ ਤਾਂ ਮੈਂ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਇੱਕ ਪ੍ਰਚਾਰਕ ਆਪਣਾ ਫਰਜ਼ ਸਮਝ ਕੇ ਆਪਣੀ ਆਵਾਜ਼ ਨੂੰ ਇਸ ਫੇਸਬੁੱਕ ਦੇ ਮਾਧਿਅਮ ਰਾਹੀਂ ਕੁੱਲ ਸੰਸਾਰ ਦੇ ਗੁਰੂ ਕੇ ਸਿੱਖਾਂ ਦੇ ਤੱਕ ਮੈਂ ਇਹ ਗੱਲ ਪਹੁੰਚਾਈ ਹੈ। ਤੇ ਹੁਣ ਅਸੀਂ ਉਡੀਕ ਕਰਾਂਗੇ, ਵੇਟ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਇਹਦੇ ਤੇ ਆਪਣਾ ਕੀ ਰਿਪਲਾਈ ਦਿੰਦੀ ਹੈ, ਕੀ ਉਹ ਇਸ ਸ਼ਿਕਾਇਤ ਨੂੰ ਝੂਠਾ ਸਾਬਤ ਕਰਦੀ ਹੈ ਤੇ ਕੀ ਇਹ ਸ਼ਿਕਾਇਤ ਜਿਹੜੀ ਹੈ ਉਹ ਸੱਚੀ ਪਾਈ ਜਾਂਦੀ ਹੈ। ਤੇ ਇਹ ਅਖਬਾਰਾਂ ਦੇ ਵਿੱਚ, ਜ਼ਿੰਮੇਵਾਰ ਅਖਬਾਰਾਂ ਦੇ ਵਿੱਚ, ਸਾਡੀਆਂ ਨੈਸ਼ਨਲ ਅਖਬਾਰਾਂ ਦੀ ਅੱਜ ਦੀ ਇਹ ਖਬਰ ਹੈ, ਟ੍ਰਿਬਿਊਨ ਵਰਗੇ ਅਖਬਾਰ ਜਿਨ੍ਹਾਂ ਦਾ ਇੱਕ ਆਪਣਾ ਮਿਆਰ ਹੈ। ਸੋ ਮੇਰੇ ਲਈ ਇਹ ਇੱਕ ਬੜੀ ਅੱਜ ਦਾ ਦਿਨ ਬੜਾ ਦੁਖਦਾਈ ਆ ਤੇ ਬੜਾ ਸਾਡੇ ਲਈ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਤੇ ਸਾਨੂੰ ਇੱਕ ਸੋਚਣ ਵਾਲਾ। ਸੋ ਇੰਨੀਆਂ ਗੱਲਾਂ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।